ਉਹ ਜਿਹੜਾ ਖੇਹ ਆਦਿਕ ਪੰਜਾਂ ਤੱਤਾਂ ਦਾ ਰਚਿਆ ਹੋਇਆ ਇਹ ਸਰੀਰ ਆ, ਜਿਸ ਵੇਲੇ ਛੀਜਾ ਨਾਸ ਹੁੰਦਾ ਹੈ ਤਾਂ ਖੇਹ ਦੇ ਵਿੱਚ ਹੀ ਰਲ ਜਾਂਦਾ, ਮਿੱਟੀ 'ਚ ਰਲ ਜਾਂਦਾ, ਸੁਆਹ ਬਣ ਜਾਂਦੀ ਇਹਦੀ। ਮਨਮੁਖ ਦਾ ਮਨ ਪੱਥਰ ਦੀ ਸੈਲ ਹੁੰਦਾ ਸਿਲਾ ਵਾਂਗੂ, ਜਾਂ ਸੈਲ ਹੁੰਦਾ ਭਾਰੇ ਪੱਥਰ ਵਾਂਗੂ ਕਠੋਰ ਹੈ। ਇਸ ਲਈ ਭੇਜਦਾ ਨਹੀਂ। ਦੁਨੀਆ ਨੂੰ ਮਰਦਿਆਂ ਦੇਖ ਕੇ ਵੀ ਇਹਨੂੰ ਆਪਣਾ ਮਰਨਾ ਚੇਤੇ ਹੀ ਨਹੀਂ ਆਉਂਦਾ, ਮੈਂ ਵੀ ਮਰਨਾ। ਬਹੁਤੇ ਲੋਕ ਕਰਨ ਪਲਾਵ ਰੋਣਾ ਪਿੱਟਣਾ ਤਾਂ ਕਰਦੇ ਆ, ਕਰਨ ਹੁੰਦਾ ਕੀਰਨੇ ਪਲਾਵ, ਇਸ ਪ੍ਰਕਾਰ ਯਤਨ ਤਾਂ ਬਹੁਤ ਕਰਦੇ, ਹੱਥ ਪੈਰ ਮਾਰਦੇ, ਪਰ ਬਣਦਾ ਕੁਛ ਨਹੀਂ। ਅੰਤ ਨੂੰ ਨਰਕ ਸਵਰਗ ਵਿੱਚ ਹੀ ਅਵਤਾਰਾ ਹੁੰਦਾ, ਆਉਂਦੇ ਜਾਂਦੇ ਰਹਿੰਦੇ ਨੇ। ਮਾਇਆ ਰੂਪ ਭਯੰਗਮ ਜਿਹੜੀ ਸਪਣੀ ਆ ਨਾ, ਜਿਹੜੀ ਸੋ ਜੋ ਵਿਸ਼ਿਆਂ ਰੂਪੀ ਵਿਆਹ ਨਾਲ ਭਰੀ ਹੋਈ ਹੈ, ਉਸ ਦੇ ਨਾਲ ਹੀ ਇਹ ਜੀਵ ਵਸ ਰਹੇ। ਇਸ ਮਾਇਆ ਦੀ ਦੁਬਿਧਾ ਨੇ ਬਹੁਤੇ ਘਰ ਗਾਲ ਦਿੱਤੇ ਨੇ। ਸਤਿਗੁਰ ਬਾਝੋਂ ਪ੍ਰੀਤ ਨਾ ਉਪਜੈ, ਭਗਤ ਰਤੇ ਪਤੀਆ ਰਾਹੇ। ਸਤਿਗੁਰਾਂ ਦੇ ਉਪਦੇਸ਼ ਤੋਂ ਬਿਨਾਂ ਵਾਹਿਗੁਰੂ ਦੀ ਪ੍ਰੀਤੀ ਪੈਦਾ ਹੀ ਨਹੀਂ ਹੁੰਦੀ ਮਨ ਦੇ ਅੰਦਰ। ਹੈ ਵਾਹਿਗੁਰੂ ਕਿਰਪਾ ਕਰੋ ਸੱਚੇ ਪਾਤਸ਼ਾਹ। ਮਹਾਰਾਜ ਕਹਿੰਦੇ ਭਾਈ ਤੂੰ ਵੀ ਕੋਈ ਉਦਮ ਕਰ। ਕਹਿੰਦੇ ਭਾਈ ਜੋ ਭਗਤੀ ਵਿੱਚ ਰਤੇ ਹਨ ਉਹਨਾਂ ਦਾ ਹਰੀ ਵਿੱਚ ਪਤੀਆਰਾ ਭਰੋਸਾ ਹੋਇਆ। ਸਾਖਤ ਬੰਦੇ ਮਾਇਆ ਲੱਭਣ ਨੂੰ ਬਹੁਤਾ ਦੌੜੇ ਫਿਰਦੇ ਆ, ਸਵੇਰ ਦੇ ਗਏ ਹੋਏ ਆ, ਰਾਤ ਨੂੰ ਮੁੜਨਗੇ ਵਾਪਸ, ਮਾਇਆ ਲੱਭਣ ਗਏ ਨੇ। ਸੋ ਵਾਹਿਗੁਰੂ ਨਾਮ ਨੂੰ ਭੁਲਾਤਾ, ਇਸ ਕਰਕੇ ਉਹ ਭਲਾ ਕਿੱਥੋਂ ਸੁੱਖ ਪਾਉਣਗੇ। ਮਾਇਆ ਤਾਂ ਵਾਹਿਗੁਰੂ ਦੇ ਕੋਲੇ ਹੈ। ਇਹ ਕਹਿੰਦਾ ਮੈਂ ਵਾਹਿਗੁਰੂ ਕੋਲ ਜਾਣਾ ਨਹੀਂ। ਮਹਾਰਾਜ ਨੇ ਜਦੋਂ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਕੀਤੀ ਹੈ, ਦੁਕਾਨਦਾਰ ਲਿਆ ਕੇ ਵਸਾਏ ਸ੍ਰੀ ਅੰਮ੍ਰਿਤਸਰ ਸਾਹਿਬ। ਉਸ ਵਕਤ ਦੁਕਾਨਦਾਰ ਇੱਕ ਵਾਰ ਇਕੱਠੇ ਹੋ ਕੇ ਆਏ ਮਹਾਰਾਜ ਕੋਲ ਸਾਰੇ। ਮਹਾਰਾਜ ਅਸੀਂ ਤਾਂ ਅੰਮ੍ਰਿਤਸਰ ਸ਼ਹਿਰ 'ਚ ਨਹੀਂ ਰਹਿਣਾ, ਇੱਥੇ ਕੰਮਕਾਰ ਨਹੀਂ ਚੱਲਦਾ, ਕੋਈ ਗਾਹਕ ਨਹੀਂ ਆਉਂਦਾ, ਮਾਇਆ ਨਹੀਂ ਮਿਲਦੀ। ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ, ਹਰਿਮੰਦਰ ਸਾਹਿਬ ਦੇ ਅੰਦਰ ਹੀ ਬੈਠੀ ਹੈ ਲక్ష్ਮੀ, ਚੌਥੇ ਸਰੂਪ ਵਿੱਚ ਅਸੀਂ ਅੰਗੀਕਾਰ ਕੀਤੀ ਸੀ ਇਹ। ਤਾਂ ਤੁਸੀਂ ਸਵੇਰੇ ਉੱਠ ਕੇ ਨਾ ਇਸ਼ਨਾਨ ਕਰਕੇ ਆਪਣਾ ਜਪਜੀ ਸਾਹਿਬ ਦਾ ਪਾਠ ਕਰਿਆ ਕਰੋ ਪਹਿਲਾਂ, ਫਿਰ ਹਰਿਮੰਦਰ ਸਾਹਿਬ ਸਵੇਰੇ ਦੁਕਾਨ ਖੋਲ੍ਹਣ ਤੋਂ ਪਹਿਲਾਂ ਮੱਥਾ ਟੇਕਣ ਆਇਆ ਕਰੋ। ਜਿਹੜਾ ਹਰਿਮੰਦਰ ਸਾਹਿਬ ਆਈ ਜਾਊਗਾ ਲక్ష్ਮੀ ਉਹਦੇ ਨਾਲ ਨਾਲ ਜਾਈ ਜਾਊਗੀ। ਉਹਨਾਂ ਘਰਾਂ ਚਲੀ ਜਾਓ, ਦੁਕਾਨਾਂ ਤੇ ਚਲੀ ਜਾਓ। ਸ਼ਾਮ ਨੂੰ ਦੁਕਾਨ ਵਧਾ ਕੇ ਆਪਣੇ ਜਿੰਦੇ ਲਾ ਕੇ ਭਾਈ ਸੋਹਲੇ ਦਾ ਪਾਠ ਕਰਿਆ ਕਰੋ ਦੁਕਾਨ ਦੇ ਮੂਹਰੇ। ਹੁਣ ਤਾਂ ਕਰਦੇ ਨਹੀਂ, ਪਹਿਲਾਂ ਸੋਹਲਾ ਪੜ੍ਹ ਕੇ ਆਉਂਦੇ ਹੁੰਦੇ ਦੁਕਾਨ ਦੇ ਮੂਹਰੇ, ਦੁਕਾਨ ਦੀ ਰੱਖਿਆ ਰਹਿੰਦੀ ਸੀ ਉਹਦੇ ਨਾਲ। ਸਵੇਰੇ ਜਾ ਕੇ ਦੁਕਾਨ ਵਿੱਚ ਜਪਜੀ ਸਾਹਿਬ ਪੜ੍ਹਦੇ ਹੁੰਦੇ ਸੀ ਪਹਿਲਾਂ, ਫਿਰ ਜਲ ਦਾ ਛਿੱਟਾ ਦੇਣਾ, ਜਪਜੀ ਸਾਹਿਬ ਪੜ੍ਹ ਕੇ ਮੂਹਰੇ ਜਲ ਰੱਖ ਕੇ ਅਰਦਾਸ ਬੇਨਤੀ ਕਰਨੀ, ਧੂਪ ਬੱਤੀ ਲਾਉਣੀ, ਸਫਾਈ ਕਰਨੀ, ਗੁਰੂ ਰਾਮਦਾਸ ਨੂੰ ਧਿਆਉਣਾ, ਗੁਰੂ ਅਰਜਨ ਦੇਵ ਨੂੰ ਧਿਆਉਣਾ। ਮਹਾਰਾਜ ਕਹਿੰਦੇ ਸ਼ਾਮ ਨੂੰ ਫਿਰ ਹਰਿਮੰਦਰ ਸਾਹਿਬ ਆ ਕੇ ਭਾਈ ਸਫਾਈ ਕੀਤੀ, ਸੇਵਾ ਕੀਤੀ, ਬਾਣੀ ਸੁਣੀ, ਫਿਰ ਘਰ ਨੂੰ ਗਏ। ਤਾਂ ਫਿਰ ਕਿਤੇ ਦੁਕਾਨਦਾਰਾਂ ਨੂੰ ਲక్ష్ਮੀ ਮਿਲਣ ਲੱਗੀ। ਮਹਾਰਾਜ ਕਹਿੰਦੇ ਤੂੰ ਕਹਿੰਦਾ ਮੈਂ ਵਾਹਿਗੁਰੂ ਕੋਲ ਜਾਣਾ ਨਹੀਂ, ਤੇ ਵਾਹਿਗੁਰੂ ਦੇ ਤਾਂ ਕੋਲੇ ਬੈਠੀ ਆ, ਭਾਲ ਲੈ ਜਿੱਥੇ ਹੋਰ ਕਿਤੇ ਮਿਲਦੀ ਫਿਰ ਤੈਨੂੰ। ਭਾਈ ਜੋ ਤਿੰਨਾਂ ਗੁਣਾਂ ਦਾ ਅੰਦਰ ਜਾਂ ਤ੍ਰਿਗੁਣਾਤਮਕ ਮਾਇਆ ਅੰਦਰ ਪਾਪ ਖਪਦੇ ਆ ਤੇ ਹੋਰਨਾਂ ਨੂੰ ਖਪਾਉਂਦੇ ਆ, ਉਹਨਾਂ ਦਾ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਨਹੀਂ ਹੁੰਦਾ। ਸੋ ਇਸ ਕਰਕੇ ਮਹਾਰਾਜ ਕਹਿੰਦੇ ਜੋ ਤਿੰਨਾਂ ਗੁਣਾਂ ਅੰਦਰ ਜਾਂ ਫਿਰ ਤ੍ਰਿਗੁਣਾਤਮਕ ਮਾਇਆ ਅੰਦਰ ਆਪ ਖਪਦੇ ਆ ਤੇ ਹੋਰਨਾਂ ਨੂੰ ਖਪਾਉਂਦੇ ਆ, ਉਹਨਾਂ ਦਾ ਸੰਸਾਰ ਸਮੁੰਦਰ ਤੋਂ ਕਦੇ ਵੀ ਪਾਰ ਉਤਾਰਾ ਨਹੀਂ ਹੁੰਦਾ। ਸਤਿਗੁਰੂ ਮਹਾਰਾਜ ਪਾਵਨ ਬਚਨ ਫਰਮਾਉਂਦੇ ਹਨ, ਸਾਡਾ ਜੋ ਸੁਆਮੀ ਰਾਮ ਹੈ ਪ੍ਰਤੱਖ ਦੈਂਤਾਂ ਦੇ ਮਾਰਨ ਵਾਲਾ ਹੈ, ਕਾਮ ਕ੍ਰੋਧ ਆਦਿਕ ਆਸਰੀ ਸੰਪਦਾ ਰੂਪ ਦੈਂਤਾਂ ਦੇ ਮਾਰਨ ਵਾਲਾ ਹੈ, ਸੋ ਜਮਦੂਤਾਂ ਦੇ ਮਾਰਨ ਵਾਲਾ ਹੈ। ਉਹ ਪਿਆਰਾ ਰਾਮ ਘਟਾਂ ਘਟਾਂ ਵਿੱਚ ਰਮਈਆ ਵਿਆਪਕ ਹੈ। ਸੋ ਇਸ ਪ੍ਰਕਾਰ ਨਿਰਗੁਣ ਰਾਮ ਸਭ ਹੂੰ ਤੇ ਨਿਆਰਾ ਜੋ ਰਮਿਆ ਹੋਇਆ। ਉਹ ਅਲੱਖ ਵਾਹਿਗੁਰੂ ਨਾਲ ਹੀ ਵਸਦਾ ਹੈ, ਪਰ ਗੁਰਾਂ ਤੋਂ ਬਿਨਾਂ ਮੂਲੇ ਹੁੰਦਾ ਕਦਾਚਿਤ ਜਾਣਿਆ ਨਹੀਂ ਜਾਂਦਾ। ਗੁਰਮੁਖਾਂ ਨੇ ਉਹਦੇ ਵਿਚਾਰ ਨੂੰ ਲਿਖਿਆ ਜਾਂ ਗੁਰਾਂ ਦੁਆਰੇ ਉਹਦਾ ਜਸ ਲਿਖਤਾ। ਇਸ ਪ੍ਰਕਾਰ ਸਤਿਗੁਰੂ ਆਪਾਂ ਨੂੰ ਕਹਿੰਦੇ ਜਾਂ ਗੁਰਾਂ ਦੁਆਰੇ ਉਹਦਾ ਜਸ ਲਿਖੋ ਭਾਈ, ਫਿਰ ਕੀ ਹੋ, ਕਹਿੰਦੇ ਫੇਰ ਹੀ ਸ਼ੁਭ ਵਿਚਾਰ ਪ੍ਰਾਪਤ ਹੁੰਦਾ। ਸੋ ਇਸ ਪ੍ਰਕਾਰ ਸ੍ਰੇਸ਼ਟ ਸਤਿਗੁਰੂ ਮੈਂ ਸੇਵਕ ਜਨ ਤੁਹਾਡੀ ਸ਼ਰਨ ਵਿੱਚ ਆਇਆ ਜੀ। हे ਪ੍ਰਭ, हे ਸਮਰੱਥ ਗੁਰੂ, ਕਿਰਪਾ ਦ੍ਰਿਸ਼ਟੀ ਕਰਕੇ ਮੈਨੂੰ ਸੰਸਾਰ ਤੋਂ ਪਾਰ ਉਤਾਰਨਾ ਕਰੋ। हे ਸਤਿਗੁਰੂ ਕਿਰਪਾ ਕਰੋ, ਤੁਹਾਡੀ ਕਿਰਪਾ ਕਰਕੇ ਸਾਧੂ ਸ੍ਰੇਸ਼ਟ ਮੁਖੀ ਗੁਰਾਂ ਦੀ ਸ਼ਰਨ ਗ੍ਰਹਿਣ ਕੀਤੀ ਹੈ ਜੋ ਸੰਸਾਰ ਤੋਂ ਪਾਰ ਉਤਾਰਨੇ ਵਾਲੀ ਹੈ। हे ਵਾਹਿਗੁਰੂ ਆਪ ਕਿਰਪਾ ਕਰੋ। ਸੰਸਾਰ ਸਾਗਰ ਭਾਵ ਸਮੁੰਦਰ ਜਿਹੜਾ ਨਾ ਅਤ ਗਹਿਰਾ ਵੱਡਾ ਡੂੰਘਾ ਹੈ, ਇਸ ਵਿੱਚ ਤ੍ਰਿਸ਼ਨਾ ਰੂਪ ਵੱਡਦਾ ਅਗਨੀ ਹੈ ਤੇ ਵਿਸ਼ਿਆਂ ਰੂਪ ਪਾਣੀ ਹੈ। ਸੋ ਇਸ ਤੋਂ ਗੁਰ ਹੁੰਦਾ ਪੂਜਨੀਕ ਸਤਿਗੁਰੂ ਹੀ ਪਾਰ ਉਤਾਰਦੇ ਨੇ। ਇਸ ਕਰਕੇ हे ਵਾਹਿਗੁਰੂ ਤੁਹਾਡੀ ਕਿਰਪਾ ਕਰਕੇ ਸਾਧੂ ਜਿਹੜੇ ਨਾ ਸ੍ਰੇਸ਼ਟ ਮੁਖੀ ਗੁਰਾਂ ਦੀ ਸ਼ਰਨ ਗ੍ਰਹਿਣ ਕੀਤੀ ਹੈ ਜੋ ਸੰਸਾਰ ਤੋਂ ਪਾਰ ਉਤਾਰਨੇ ਵਾਲੀ ਹੈ। ਸਤਿਗੁਰੂ ਹੀ ਫਿਰ ਪਾਰ ਉਤਾਰਾ ਕਰਦੇ ਨੇ।
ਮਨਮੁਖ ਅੰਨੇ ਨੂੰ ਉਹਦੀ ਪ੍ਰਾਪਤੀ ਦੀ ਕੋਈ ਗਿਆਤ ਹੀ ਨਹੀਂ ਹੁੰਦੀ। ਇਸ ਲਈ ਜਨਮ ਮਰਨ ਵਿੱਚ ਆਉਂਦੇ ਜਾਂਦੇ ਹੀ ਮਰਦੇ ਰਹਿੰਦੇ ਨੇ। ਪੂਰਬਲੇ ਜਨਮ ਦਾ ਜੋ ਲੇਖ ਲਿਖਿਆ ਗਿਆ ਉਹ ਭੋਗੇ ਬਿਨਾਂ ਮਿਟਦਾ ਨਹੀਂ। ਇਸ ਕਰਕੇ ਇਹ ਅੰਨਾ ਬੰਦਾ ਜਮਾਂ ਦੇ ਦਰ ਅੰਦਰ ਖੁਆਰਾ ਭਾਵ ਖਰਾਬ ਹੀ ਹੁੰਦਾ। ਸੋ ਇੱਕ ਜਿਹੜੇ ਜੀਵ ਆ ਉਹ ਸੰਸਾਰ ਵਿੱਚ ਆਉਂਦੇ ਜਾਂਦੇ ਜੰਮਦੇ ਮਰਦੇ ਆ, ਫਿਰ ਸਮੇਂ ਅਨੁਸਾਰ ਜਮ ਲੋਕ ਵਿੱਚ ਚਲੇ ਜਾਂਦੇ ਆ। ਸੋ ਸਰੂਪ ਘਰ ਵਿੱਚ ਨਿਵਾਸ ਨਹੀਂ ਪਾਉਂਦੇ ਉਹ। ਸੋ ਉਹ ਕਿਰਤ ਦੇ ਭਾਵ ਕਰਮਾਂ ਦੇ ਬੱਧੇ ਹੋਏ ਪਾਪ ਕਰਮਾਂ ਨੂੰ ਹੀ ਕਮਾਉਂਦੇ ਰਹਿੰਦੇ ਨੇ। ਅੰਨੇ ਅਗਿਆਨੀ ਜੀਵ ਨੂੰ ਚੰਗੇ ਬੰਦੇ ਦੀ ਸੂਝ-ਬੂਝ ਕੁਛ ਵੀ ਨਹੀਂ ਹੈ, ਗੁਰਾਂ ਪਾਸੋਂ ਬੁੱਝਿਆ ਨਹੀਂ। ਇਸ ਕਰਕੇ ਅੰਨੇ ਨੂੰ ਕੋਈ ਸੋਝੀ ਨਹੀਂ। ਲੋਭ ਤੇ ਹੰਕਾਰ ਬੁਰਾ ਹੈ, ਪਰ ਇਹਨੂੰ ਚੰਗਾ ਸਮਝ ਕੇ ਉਸ ਵਿੱਚ ਇਹ ਜੀਵ ਫਸੀ ਜਾ ਰਿਹਾ ਹੈ। ਜਿਹਨੇ ਪਰ ਫਿਰ ਰਾਤੀ ਪਾਪ ਪਰਾਏ ਪੁਰਸ਼ ਨਾਲ ਪਿਆਰ ਪਾ ਕੇ ਆਪਣੇ ਮਾਲਕ ਨੂੰ ਵਿਸਾਰਾ ਭੁਲਾ ਦਿੱਤਾ ਹੈ, ਉਸ ਔਰਤ ਦਾ ਆਪਣੇ ਪਤੀ ਤੋਂ ਬਿਨਾਂ ਸ਼ਿੰਗਾਰ ਕੀਤਾ ਹੋਇਆ ਕਿਸ ਕੰਮ ਹੈ, ਭਾਵ ਵਿਅਰਥ ਹੈ। ਇਸੇ ਤਰ੍ਹਾਂ ਪੀਰੀ ਵਿੱਚ ਆਸਤਿਕ ਭਾਵਨਾ ਧਾਰੇ ਬਿਨਾਂ, ਹਾਜ਼ਰ ਨਾਜ਼ਰ ਜਾਣੇ ਬਿਨਾਂ, ਪੀਰੀ ਦੇ ਪਰੋਖ ਗਿਆਨ ਹੋਏ ਤੋਂ ਬਿਨਾਂ ਉਸ ਧਨ ਦਾ ਸ਼ਿੰਗਾਰ ਭਾਵ ਇਸਤਰੀ ਦਾ ਸ਼ਿੰਗਾਰ ਕੀਤਾ ਕਾਹਦੇ ਕੰਮ ਹੈ, ਵਿਅਰਥ ਹੀ ਹੈ। ਜੇ ਕਹੇ ਰੱਬ ਪਤਾ ਨਹੀਂ ਹੈ ਕਿ ਨਹੀਂ ਹੈ, ਮਹਾਰਾਜ ਕਹਿੰਦੇ ਫੇਰ ਤੇਰਾ ਦੁਨੀਆ ਚਾਹੇ ਦਾ ਫਾਇਦਾ ਕੀ ਹੈ। ਜਿਉਂ ਵੇਸਵਾ ਪੂਤ ਬਾਪ ਕੋ ਕਹੀਐ, ਤਿਉਂ ਫੋਕਟਕਾਰ ਵਿਕਾਰ ਆਹੇ। ਜਿਵੇਂ ਵੇਸਵਾ ਦੇ ਪੁੱਤਰ ਦਾ ਪਿਓ ਕਿਹਨੂੰ ਕਹੀਏ, ਕੌਣ ਕਿਹਾ ਜਾਂਦਾ, ਕਹਿੰਦੇ ਭਾਵ ਕੋਈ ਨਹੀਂ ਕਿਹਾ ਜਾਂਦਾ। ਇਵੇਂ ਵਿਕਾਰ ਰੂਪ ਹੋਣ ਕਰਕੇ ਸਾਕਤਾਂ ਦੇ ਕੰਮਕਾਰ ਸਾਰੇ ਫੋਕਟ ਹੀ ਆ, ਨਿਸਫਲ ਹੀ ਚਲੇ ਜਾਂਦੇ ਨੇ। ਗੁਰੂ ਤੋਂ ਬਿਨਾਂ ਹੋਣ ਕਰਕੇ ਪ੍ਰੇਤ ਜੂਨ ਰੂਪ ਪਿੰਜਰੇ ਵਿੱਚ ਪੈ ਕੇ ਬਹੁਤੇ ਦੁੱਖ ਭੋਗਦਾ। ਸਰੀਰ ਰੂਪ ਪਿੰਜਰੇ ਵਿੱਚ ਕਾਮ ਕ੍ਰੋਧ ਆਦਿਕ ਪ੍ਰੇਤਾਂ ਕਰਕੇ ਪਹਿਲਾਂ ਤਾਂ ਘਣੇ ਦੁੱਖ ਭੋਗਦਾ, ਫਿਰ ਮਰ ਕੇ ਪ੍ਰੇਤ ਜੂਨੀ 'ਚ ਪੈ ਕੇ ਦੁੱਖ ਭੋਗਦਾ। ਅਗਿਆਨ ਰੂਪ ਹਨੇਰੇ ਕਰਕੇ ਨਰਕਾਂ ਵਿੱਚ ਪੈ ਕੇ ਫਿਰ ਖਰਾਬ ਹੀ ਹੁੰਦਾ। ਧਰਮ ਰਾਏ ਕੀ ਬਾਕੀ ਲੀਜੈ, ਜਿਨ ਹਰ ਕਾ ਨਾਮ ਵਿਸਾਰਾ ਹੈ। ਜਿਨ੍ਹਾਂ ਨੇ ਹਰੀ ਦਾ ਨਾਮ ਵਿਸਾਰ ਦਿੱਤਾ, ਭੁਲਾਤਾ, ਉਹਨਾਂ ਦੇ ਕੋਲੋਂ ਜਮਦੂਤ ਧਰਮ ਰਾਜਾ ਦੀ ਆਗਿਆ ਅਨੁਸਾਰ ਬਾਕੀ ਲੈਣਾ ਕਰਦੇ ਆ, ਹਿਸਾਬ ਕਿਤਾਬ। ਜਾਂ ਧਰਮ ਰਾਜਾ ਦੀ ਕੱਢੀ ਹੋਈ ਜੋ ਪਾਪ ਰੂਪ ਸੰਚਿਤ ਕਰਮਾਂ ਦੀ ਬਾਕੀ ਆ ਉਹਨੂੰ ਲੈਂਦੇ ਨੇ, ਉਹਦੇ ਅਨੁਸਾਰ ਫਿਰ ਦੰਨ ਦੇਣਾ ਕਰਦੇ ਨੇ। ਸੰਚਿਤ ਕਰਮਾਂ ਨੂੰ ਫੜਦੇ ਨੇ। ਪਰਾਲਬਤ ਤਾਂ ਭੋਗ ਹੀ ਆਇਆ, ਜਿਹੜੀ ਅੱਗੇ ਬਣੀ ਆ ਉਹ ਪਰਾਲਬਤ ਗਾਹਾਂ ਜਾ ਕੇ ਭੋਗ ਲੈਣੀ ਹੈ। ਕਿਰੇਮਾਨ ਕਰਮ ਜਿਹੜੇ ਕੀਤੇ ਸੀ ਉਹ ਸੰਚਿਤ ਬਣ ਗਏ। ਸੰਚਿਤ ਕਰਮਾਂ ਕਰਕੇ ਕੁੱਟ ਪੈਂਦੀ। ਫਿਰ ਮਾੜੇ ਇਕੱਠੇ ਕੀਤੇ, ਸੰਚਿਤ ਹੁੰਦਾ ਇਕੱਠੇ ਕਰਨੇ। ਜੇ ਨਾਮ ਧਨ ਇਕੱਠਾ ਕੀਤਾ ਹੁੰਦਾ ਫੇਰ ਨਾ ਕੁਛ ਕਹਿੰਦੇ, ਫਿਰ ਲਿਜਾਂਦੇ ਬਿਨਾਂ ਦੇਖਦੇ ਬਿਨਾਂ ਤੈਨੂੰ। ਪਾਪੀ ਨੇ ਜਿਸ ਜਮ ਮਾਰਗ ਵਿੱਚ ਚੱਲਣਾ ਹੈ ਉਸ ਚਮ ਰਸਤੇ ਵਿੱਚ 12 ਸੂਰਜ ਤਪਦੇ ਆ ਤੇ 10,000 ਯੋਜਨ ਅਗਨੀ ਦਾ ਕੁੰਡ ਆਉਂਦਾ। ਤੇ ਆਸਪੱਤਰ ਝਾਲਾ ਭਾਵ ਬਨ ਜਿਹੜਾ ਜੰਗਲ ਆਉਂਦਾ, ਜਿਹਦੇ ਪੱਤੇ ਵੇਖ ਹੁੰਦਾ ਵਿਉਹ ਸਮਾਨ ਮਾਰਨ ਵਾਲੇ। ਮਹਾਰਾਜ ਕਹਿੰਦੇ ਬੜੇ ਭੈੜੇ ਪੱਤੇ ਆ ਉਹਦੇ, ਤੇ ਸੂਖਮ ਸਰੀਰ ਹੁੰਦਾ ਵੀ ਬਾਹਲਾ ਨਰਮ ਜਾਈਏ, ਇਹਨੂੰ ਕੱਟਦੇ ਨੇ ਫਿਰ ਉਹ। ਸੋ ਮਨਮੁਖ ਬੇਤਾਲਾ ਹੁੰਦਾ, ਭੂਤ ਨਾ ਬਣਿਆ, ਸਰੂਪ ਤੋਂ ਰਹਿਤ ਆਪਤ ਪਸ਼ੂ, ਬੇਪਤਾ ਹੀ ਪਸ਼ੂ ਬਣਿਆ ਹੋਇਆ। ਸੋ ਆਪਤ ਪਸ਼ੂ ਹੁੰਦਾ ਜਿਹਦੇ ਆਵਾਰਾ ਜੇ ਡੰਗਰ ਤੁਰੇ ਫਿਰਦੇ ਹੁੰਦੇ, ਜਿਹੜਾ ਮਰਜੀ ਡੰਡਾ ਮਾਰ ਕੇ ਦੂਜੇ ਖੇਤ 'ਚ ਵਾੜ ਦਿੰਦਾ, ਉਹ ਕੁੱਟਦਾ, ਸਾਰਾ ਦਿਨ ਕੁੱਟੀ ਖਾਈ ਜਾਂਦਾ। ਇਹ ਬੰਦਾ ਵੀ ਆਪਤ ਪਸ਼ੂ ਵਾਂਗੂ ਐਵੇਂ ਹੀ ਤੁਰਿਆ ਫਿਰਦਾ, ਥਾਂ ਮਾਰਾਂ ਖਾਂਦਾ। ਪ੍ਰਤੱਖ ਵੀ ਇਹ ਡੰਗਰ ਬਣ ਜਾਂਦਾ ਬਾਰ-ਬਾਰ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਮਨਸਾ ਹੁੰਦਾ ਬੁੱਧੀ ਵਿੱਚ ਕੂੜ ਹੁੰਦਾ, ਝੂਠਿਆਂ ਪਦਾਰਥਾਂ ਦੀ ਆਸਾ ਕਮਾਉਂਦਾ, ਤੇ ਰੋਗ ਬੁਰਾ। ਸੋ ਬੁਰਾ ਰੋਗ ਜੋ ਅਗਿਆਨਤਾ ਦਾ ਹੈ, ਉਸ ਕਰਕੇ ਬੁਰਾਈਆਂ ਦਾ ਘਰ ਹੀ ਬਣ ਰਿਹਾ ਹੈ। ਮਸਤਕ ਹੁੰਦਾ ਸ਼੍ਰੋਮਣੀ, ਜਿਹੜੇ ਬੜੇ ਪਾਪਾਂ ਰੂਪੀ ਕੱਲਰ ਦੇ ਭਾਰ ਕਰਕੇ ਜੀਵ ਦਾ ਸਿਰ ਭਾਰਾ ਹੋ ਰਿਹਾ। ਜਾਂ ਪਾਪਾਂ ਰੂਪੀ ਕੱਲਰ ਦਾ ਭਾਰ ਤੇ ਸਿਰ ਹੁੰਦਾ ਹੰਕਾਰ ਦਾ ਭਾਰ, ਜੀਵ ਦੇ ਮਸਤਕ ਤੋਂ ਭਾਵ ਸਿਰ ਦੇ ਉੱਤੇ ਚੜ੍ਹਿਆ ਪਿਆ। ਇਸ ਲਈ ਸੰਸਾਰ ਸਮੁੰਦਰ ਤੋਂ ਕਿਵੇਂ ਪਾਰ ਉਤਰੇਗਾ ਬਈ। ਆਦ ਜੁਗਾਦ ਤੋਂ ਭਾਵ ਸਦਾ ਤੋਂ ਸਤਿਗੁਰੂ ਹੀ ਜਹਾਜ਼ ਰੂਪ ਹੈ। ਉਹਨਾਂ ਦੁਆਰੇ ਰਾਮ ਨਾਮ ਜਪਣੇ ਕਰਕੇ ਹੀ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੁੰਦਾ ਹੈ। ਇਸ ਪ੍ਰਕਾਰ ਬਚਨ ਫਰਮਾਉਂਦੇ ਹਨ, ਪੁੱਤਰ ਕਲਤਰ ਜਗ ਹੇਤ ਪਿਆਰਾ। ਸੋ ਜਗਤ ਵਿੱਚ ਜੀਵ ਦਾ ਜਿਹੜਾ ਪੁੱਤਰ ਵਿੱਚ ਹੇਤ ਮੋਹ ਹੈ, ਤੇ ਕਲਤਰ ਇਸਤਰੀ ਨਾਲ ਬਹੁਤ ਸਾਰਾ ਪਿਆਰ ਹੈ। ਇਹਨੇ ਮਾਇਆ ਦੇ ਮੋਹ ਕਰਕੇ ਸਾਰਾ ਪਸਾਰਾ ਪਸਾਰਨਾ ਕੀਤਾ ਹੈ। ਜਿਨ੍ਹਾਂ ਗੁਰਮੁਖਾਂ ਨੇ ਗੁਰਾਂ ਦੁਆਰੇ ਤੱਤ ਸਿਧਾਂਤ ਨੂੰ ਵਿਚਾਰਿਆ, ਉਹਨਾਂ ਦੇ ਗਲੋਂ ਸਤਿਗੁਰਾਂ ਨੇ ਜਮਾਂ ਦੇ ਫਾਹੇ ਤੋੜ ਕੇ ਕੱਟ ਦਿੱਤੇ, ਬਿਲਕੁਲ ਹੀ ਫਾਹੇ ਤੋੜ ਹੀ ਦਿੱਤੇ ਨੇ। ਸੋ ਜਿਨ੍ਹਾਂ ਦੀ ਬੁੱਧੀ ਜਿਹੜੀ ਆ ਨਾ, ਉਹ ਕੂੜ ਭਾਵ ਝੂਠੀ ਮਾਇਆ ਨੇ ਮੁੱਠੀ ਤੋਂ ਭਾਵ ਠੱਗੀ ਹੋਈ ਆ, ਉਹ ਸਖੀ ਸਰਵਰ ਭੂਤ ਪ੍ਰੇਤਾਂ ਦੇ ਪੂਜਨੇ ਤੋਂ ਬਹੁਤ ਸਾਰੇ ਰਸਤਿਆਂ 'ਤੇ ਚੱਲਦੇ ਨੇ। ਉਹ ਮਨਮੁਖ ਇਸਤਰੀ ਤ੍ਰਿਸ਼ਨਾ ਤੇ ਈਰਖਾ ਦੀ ਭਾਈ ਭਾਵ ਅੱਗ ਵਿੱਚ ਪੈ ਕੇ ਦਾਜਾ ਤੋਂ ਭਾਵ ਸੜਦੀ ਹੈ। ਮਨਮੁਖ ਦਾਜਾ ਪੜ ਭਾਹੀ, ਅੱਗ ਦੇ ਵਿੱਚ ਪੈ ਕੇ ਫਿਰ ਸੜੀ ਜਾਂਦੇ ਨੇ। ਨਾਮ ਅੰਮ੍ਰਿਤ ਦਾ ਗੁਰੂ ਵੱਡਾ ਦਾਣਾ ਭਾਵ ਦਾਤ ਹੈ। ਤਾਂ ਤੇ ਗੁਰਾਂ ਦੁਆਰੇ ਨਾਮ ਨੂੰ ਜਪੋ ਤਾਂ ਸਾਰਾ ਜਿਹੜਾ ਸ੍ਰੇਸ਼ਟ ਸੁੱਖ ਪ੍ਰਾਪਤ ਹੋਵੇਗਾ, ਸਾਰੇ ਸੁੱਖ ਮਿਲ ਜਾਣਗੇ।
ਸਤਿਗੁਰ ਦੇਵ ਜੀ ਤੁਠਾ ਭਾਵ ਪ੍ਰਸੰਨ ਹੋਣ ਤਾਂ ਸੱਚ ਨਾਮ ਨੂੰ ਦ੍ਰਿੜ ਕਰਾਉਂਦੇ ਆ। ਸ਼ੁਭ ਰਸਤੇ ਵਿੱਚ ਜੀਵ ਨੂੰ ਪਾ ਕੇ ਸਾਰੇ ਦੁੱਖ ਮੇਟ ਦਿੰਦੇ ਆ। ਇਹ ਭਾਈ ਜਿਹਨੂੰ ਸਤਿਗੁਰੂ ਆਪ ਰੱਖਣ ਵਾਲੇ ਹੁੰਦੇ ਆ, ਉਹਦੇ ਮਨ ਬੁੱਧੀ ਰੂਪ ਪਾਏ ਪੈਰਾਂ ਵਿੱਚ ਮੂਲੇ ਕਦਾਚਿਤ ਹੰਕਾਰ ਜਾਂ ਈਰਖਾ ਰੂਪ ਕੰਡਾ ਨਾ ਗੱਡਾ ਹੀ ਚੁੱਭਦਾ ਨਹੀਂ। ਪ੍ਰਤੱਖ ਵੀ ਪੈਰ ਵਿੱਚ ਕੰਡਾ ਨਹੀਂ ਲੱਗਦਾ, ਹੱਥ ਪੈਰ ਸਾਰੇ ਪਾਸੇ ਰੱਖਿਆ ਰਹਿੰਦੀ ਹੈ। ਮਹਾਰਾਜ ਨੇ ਜਿਵੇਂ ਬਚਨ ਕੀਤਾ ਨਾ, ਹਉਮੈ ਦਾ ਕੰਡਾ ਜਿਉਂ ਜਿਉਂ ਚਲਹਿ ਚੁਭੈ ਦੁੱਖ ਪਾਵਹਿ ਜਮ ਕਾਲ ਸਹਿ ਸਿਰ ਡੰਡਾ ਹੀ।